ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਗਗਨਦੀਪ ਸਿੰਘ। ਚਰਨਜੀਤ ਚੰਨੀ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ, ਜਿੱਥੇ ਚੰਨੀ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਆਪਣੇ ਪੁੱਤ ਦੇ ਵਿਆਹ ਦਾ ਖਰਚਾ ਚੰਨੀ ਦੇ ਵੱਲੋਂ ਥੀਮ ਪਾਰਕ ਦੇ ਜੋ ਪੈਸੇ ਸੀ ਉਸ ਦੇ ਵਿੱਚੋਂ ਕਰ ਦਿੱਤਾ ਜਾਂਦਾ ਹੈ। ਤਕਰੀਬਨ 1 ਕਰੋੜ 47 ਲੱਖ ਰੁਪਇਆ ਚੰਨੀ ਦੇ ਵੱਲੋਂ ਚਮਕੌਰ ਸਾਹਿਬ ਦੇ ਵਿੱਚ ਜੋ ਥੀਮ ਪਾਰਕ ਬਣਾਇਆ ਗਿਆ ਉਸ ਦੇ ਵਿੱਚ ਐਡਜਸਟ ਕੀਤਾ ਗਿਆ ਹੈ। ਔਰ ਉਸ ਤੋਂ ਬਾਅਦ ਹੁਣ ਇੱਕ ਆਰਟੀਆਈ ਨਿਕਲ ਕੇ ਸਾਹਮਣੇ ਆਈ ਹੈ, ਜਿਸ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਕਿ 111 ਦਿਨਾਂ ਦੇ ਲਈ ਮੁੱਖ ਮੰਤਰੀ ਬਣੇ ਸੀ, ਉਹਨਾਂ ਨੇ 3 ਮਹੀਨੇ ਦੌਰਾਨ 60 ਲੱਖ ਦਾ ਜੋ ਖਾਣਾ ਹੈ, ਜੋ ਰੋਟੀ ਹੈ ਉਹ ਡਕਾਰ ਲਿੱਤੀ ਹੈ। ਜੀ ਹਾਂ, 60 ਲੱਖ ਦਾ ਖਾਣਾ ਜੋ ਹੈ ਉਹ ਚਰਨਜੀਤ ਸਿੰਘ ਚੰਨੀ ਅੰਦਰ ਕਰ ਚੁੱਕੇ ਨੇ, ਖਾ ਚੁੱਕੇ ਨੇ। ਔਰ ਜੋ ਆਰਟੀਆਈ ਦੇ ਵਿੱਚ ਖੁਲਾਸੇ ਹੋਏ ਨੇ, ਬਿੱਲ ਦੀ ਕਾਪੀ ਤੁਸੀਂ ਵੇਖ ਸਕਦੇ ਹੋ ਆਪਣੀ ਸਕਰੀਨਸ ਦੇ ਉੱਤੇ, ਤਾਂ ਇਹ ਖਰਚੇ ਜੋ ਨੇ ਉਹ ਨਿਕਲ ਕੇ ਸਾਹਮਣੇ ਆਏ ਨੇ। ਤਾਂ ਥਾਲੀਆਂ ਜਿਹੜੀਆਂ ਨੇ ਉਹ ਖਾਸ ਤੌਰ ਦੇ ਉੱਤੇ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਵੱਲੋਂ ਵੱਖ-ਵੱਖ ਜੋ ਮਹਿਮਾਨ ਉਹਨਾਂ ਦੇ ਘਰੇ ਮਿਲਣ ਵਾਸਤੇ ਆਉਂਦੇ ਸੀ, ਪੰਜਾਬ ਭਵਨ ਦੇ ਵਿੱਚ ਆਉਂਦੇ ਸੀ, ਜਾਂ ਚਰਨਜੀਤ ਸਿੰਘ ਚੰਨੀ ਜਿਸ ਤਰੀਕੇ ਦੇ ਨਾਲ ਜਨਤਾ ਦਰਬਾਰ ਲਾਇਆ ਕਰਦੇ ਸੀ, ਘਰ ਦੇ ਬਾਹਰ ਜਨਤਾ ਦਰਬਾਰ ਲਾਉਂਦੇ ਸੀ। ਔਰ ਆਪ ਤੁਹਾਡੇ ਧਿਆਨ ਦੇ ਵਿੱਚ ਵੀ ਹੋਊਗਾ, ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਸੀ, ਚੰਨੀ ਰਾਤ ਨੂੰ ਰੋਟੀ ਵੀ ਉਹਨਾਂ ਨੂੰ ਖਵਾਉਂਦੇ ਹੋਏ ਨਜ਼ਰ ਆਉਂਦੇ ਸੀ। ਤਾਂ ਸਰਕਾਰੀ ਪੈਸਿਆਂ ਦੇ ਵਿੱਚੋਂ ਇਹ ਜੋ ਖਰਚਾ ਹੈ ਉਹ ਸਾਰਾ ਕੀਤਾ ਗਿਆ। ਔਰ ਵੱਡਾ ਖੁਲਾਸਾ ਜਿਹੜਾ ਨਿਕਲ ਕੇ ਸਾਹਮਣੇ ਆਇਆ ਹੈ, ਜੋ ਤਾਜ ਹੋਟਲ ਦੇ ਬਿੱਲ ਨਿਕਲ ਕੇ ਸਾਹਮਣੇ ਆਏ। ਤਾਜ ਹੋਟਲ ਦੇ ਬਿੱਲ ਕੀ ਕੁਝ ਕਹਿੰਦੇ ਨੇ, ਵਿਕਰਮ ਸਾਡੇ ਨਾਲ ਮੌਜੂਦ ਨੇ। ਵਿਕਰਮ, 60 ਲੱਖ ਦਾ ਖਾਣਾ, ਹਾਲਾਂਕਿ ਜੇ ਪੂਰੇ ਸਾਲ ਦੀ ਰੇਸ਼ੋ ਕੈਲਕੂਲੇਟ ਕਰੀਏ ਤਾਂ 1 ਕਰੋੜ 20 ਲੱਖ ਬਣ ਰਹੀ ਹੈ, ਪਰ 3 ਮਹੀਨਿਆਂ ਦੇ ਵਿੱਚ ਚੰਨੀ 60 ਲੱਖ ਦੀ ਰੋਟੀ ਜੋ ਹੈ ਉਹ ਖਾ ਚੁੱਕੇ ਹੈ, ਕਿ ਉਹਨਾਂ ਨੇ 60 ਲੱਖ ਦੀ ਰੋਟੀ ਲੋਕਾਂ ਨੂੰ ਖਵਾ ਦਿੱਤੀ। ਤਾਂ ਆ ਜੋ ਤਾਜ ਹੋਟਲ ਦਾ ਬਿੱਲ ਹੈ ਜਿਹੜਾ ਇਹ ਹੈ ਗਗਨ, ਦੇਖੋ ਸਭ ਤੋਂ ਪਹਿਲਾ ਬਿੱਲ ਇਹ ਹੈ, ਬਾਕੀ ਦੇ ਵੀ। ਔਰ ਇਹ ਪ੍ਰਿੰਸੀਪਲ ਸੈਕਟਰੀ ਦੇ ਨਾਮ ਜਿਹੜੇ ਬਿੱਲ ਕੱਟੇ ਗਏ ਨੇ, ਪ੍ਰਿੰਸੀਪਲ ਸੈਕਟਰੀ ਟੂ ਆਨਰੇਬਲ ਚੀਫ ਮਿਨਿਸਟਰ ਪੰਜਾਬ, ਔਰ ਰੈਜ਼ੀਡੈਂਸ ਜਿਹੜੀ ਹੈ ਉਹ ਪੰਜਾਬ ਭਵਨ ਦੇ ਵਿੱਚ ਹੈ। ਔਰ ਇਸ ਦੇ ਨਾਲ ਹੀ ਜਿਹੜਾ ਸੀਐਮ ਦੀ ਸਰਕਾਰੀ ਰਿਹਾਇਸ਼, ਦੋਨਾਂ ਥਾਵਾਂ ਦਾ ਜਿਹੜਾ, ਔਰ ਪੰਜਾਬ ਭਵਨ ਦਾ ਖਾਸ ਤੌਰ ਤੇ ਮੀਟਿੰਗ ਦੇ ਬਿੱਲ ਜਿਹੜੇ ਆ ਖਾਸ ਤੌਰ ਤੇ। ਇੱਕ ਜਿਹੜਾ 20/10/2021 ਦਾ ਬਿੱਲ ਹੈ, ਇਹ ਤਾਂ ਮੈਂ ਘੱਟ ਕਹੂੰਗਾ ਕਿਉਂਕਿ 1,75,170 ਰੁਪਏ ਦਾ ਹੀ ਹੈ, ਇਹ ਘੱਟ ਆ। ਪਰ ਜਿਹੜੇ ਦੂਸਰੇ ਬਿੱਲ ਨੇ, ਇੱਕ ਬਿੱਲ ਹੋਰ ਹੈ, ਇਹ ਦੇਖੋਗੇ ਤੁਸੀਂ ਤਾਂ ਬਫੇ ਡਿਨਰ ਜਿਹੜੇ 4-4,000 ਰੁਪਏ, 39,000 ਰੁਪਏ। ਦੇਖੋ ਆ ਤਾਜ ਹੋਟਲ ਜੋ ਕਿ ਚੰਡੀਗੜ੍ਹ ਦੇ ਵਿੱਚ 5 ਸਿਤਾਰਾ ਹੋਟਲ ਹੈ, 5 ਸਟਾਰ, ਉਹਦਾ ਬਿੱਲ ਹੈ। ਤਾਂ ਇਹ ਵੀ ਪੰਜਾਬ ਭਵਨ ਦੇ ਵਿੱਚ ਰੋਟੀ ਜਾਂਦੀ ਹੈ। ਤਾਂ ਬੁਫੇ ਡਿਨਰ ਜਿਹੜਾ ਹੈ ਉਹ ਕੀਤਾ ਗਿਆ। ਇੱਕ ਜਿਹੜੀ ਥਾਲੀ ਹੈ, ਜਿੱਥੇ ਪਹਿਲਾਂ 60 ਰੁਪਏ ਦੀਆਂ ਥਾਲੀਆਂ ਲੱਗੀਆਂ ਹੋਈਆਂ, ਉੱਥੇ ਹੀ ਇੱਕ ਥਾਲੀ ਜਿਹੜੀ ਹੈ ਉਹ 3900 ਰੁਪਏ ਦੀ ਰੇਟ ਹੈ ਇਸ ਥਾਲੀ ਦਾ। ਤਾਂ 3900 ਰੁਪਏ ਦੀ ਇਹ ਥਾਲੀ ਹੈ, ਤਾਂ 2,34,000 ਰੁਪਏ ਜੋ ਹੈ ਟੋਟਲ ਅਮਾਉਂਟ ਬਣਦੀ ਹੈ। ਔਰ ਇਸ ਤੋਂ ਇਲਾਵਾ 20% ਡਿਸਕਾਊਂਟ ਮਿਲਦਾ ਹੈ, ਯਾਨੀ ਕਿ ਇੱਕ ਥਾਲੀ ਦੇ ਵਿੱਚੋਂ 780 ਰੁਪਏ ਡਿਸਕਾਊਂਟ ਮਿਲਦਾ ਹੈ। ਤਾਂ 46,000 ਰੁਪਏ ਡਿਸਕਾਊਂਟ ਚੰਨੀ ਉਹਨਾਂ ਨੂੰ ਦਿੱਤਾ ਜਾਂਦਾ ਹੈ, ਕਿਉਂਕਿ ਸੀਐਮ ਨੇ ਮੁੱਖ ਮੰਤਰੀ ਦੇ ਘਰੇ ਰੋਟੀ ਜਾਣੀ ਹੈ। ਪਰ ਟਰਾਂਸਪੋਰਟੇਸ਼ਨ ਦੇ ਉੱਤੇ ਹੁਣ ਸੈਕਟਰ 17 ਦੇ ਵਿੱਚ ਇਹ ਜੋ ਤਾਜ ਹੋਟਲ ਹੈ, ਇਸ ਦੀ ਇਹ ਜਗ੍ਹਾ ਹੈ, ਸੈਕਟਰ 17 ਤੋਂ 3 ਸੈਕਟਰ ਦੇ ਵਿੱਚ ਜਾਣਾ, ਤਾਂ ਹਾਰਡਲੀ 3-4 ਕਿਲੋਮੀਟਰ ਜਿਹੜਾ ਹੈ ਉਹ ਟਰਾਂਸਪੋਰਟੇਸ਼ਨ ਦਾ ਖਰਚਾ ਆ ਸਕਦਾ, ਜਾਂ 3-4 ਕਿਲੋਮੀਟਰ ਦਾ ਉਹ ਦਾਇਰਾ ਹੋਊਗਾ। ਤਾਂ ਉਹ ਟਰਾਂਸਪੋਰਟੇਸ਼ਨ ਵੀ ਵਿਕਰਮ 20,000 ਰੁਪਇਆ ਲਗਾਇਆ ਹੋਇਆ, 20,000 ਰੁਪਇਆ ਲਗਾਇਆ ਹੋਇਆ। ਤਾਂ ਕਿੰਨੀ ਟੋਟਲ ਅਮਾਉਂਟ ਬਣ ਜਾਂਦੀ ਹੈ? 20 ਲੱਖ CGST ਪਾ ਕੇ, UGST ਪਾ ਕੇ, ਇਹ तमाम ਅਮਾਉਂਟਸ ਪਾ ਕੇ ਤਾਂ 2,41,896 ਰੁਪਏ ਤਾਜ ਤੋਂ ਰੋਟੀ ਆਉਂਦੀ ਹੈ। ਔਰ ਇਹ ਸਾਰਾ ਪੈਸਾ ਆਮ ਜਨਤਾ ਦਾ ਹੈ। ਇਹ ਆਮ ਜਨਤਾ ਦੇ ਖਜ਼ਾਨੇ ਦੇ ਵਿੱਚੋਂ ਇਸ ਤਰੀਕੇ ਦੇ ਨਾਲ ਜੋ ਰੋਟੀਆਂ ਨੇ ਉਹ ਤਾਜ ਹੋਟਲਾਂ ਦੇ ਵਿੱਚੋਂ ਖਾਈਆਂ ਹੋਈਆਂ ਨੇ। ਹਾਲਾਂਕਿ 2,41,000 ਰੁਪਏ ਦੇ ਵਿੱਚ ਜੇ ਪੁਰਾਣੇ ਆਪਾਂ ਬਿੱਲਾਂ ਦੀ ਗੱਲ ਕਰੀਏ ਤਾਂ 60 ਰੁਪਏ ਦੇ ਹਿਸਾਬ ਨਾਲ 100 ਰੁਪਏ ਦੇ ਨਾਲ ਕਿੰਨੀ ਰੋਟੀ ਆ ਜੂਗੀ। ਪਰ ਮੁੱਖ ਮੰਤਰੀ ਨੇ ਤਾਜ ਹੋਟਲ ਤੋਂ ਵੀ ਰੋਟੀ ਉਹਨਾਂ ਨੇ ਮੰਗਾਈ ਹੈ, ਤਾਂ ਤਾਜ ਹੋਟਲ ਦੇ ਵਿੱਚ ਜਿਹੜੀ ਰੋਟੀਆਂ ਮੰਗਾਈਆਂ ਨੇ ਉਹਦੇ ਖਰਚੇ ਦਾ ਸਾਰਾ ਵੇਰਵਾ ਨਿਕਲ ਕੇ ਸਾਹਮਣੇ ਆ ਗਿਆ। ਸਭ ਤੋਂ ਵੱਡਾ ਜਿਹੜਾ ਬਿੱਲ ਹੈ ਉਹ ਇਹਦੇ ਵਿੱਚ 4,85,257 ਰੁਪਏ ਦਾ ਬਿੱਲ ਹੈ। ਇਹਦੀ ਡੇਟ ਹੈ 31/12/2021, ਯਾਨੀ ਕਿ 1 ਸਾਲ ਪਹਿਲਾਂ 31 ਦਸੰਬਰ 2021 ਦਾ ਜਿਹੜਾ ਬਿੱਲ ਹੈ ਉਹ ਇਸੇ ਨਾਂ ਤੇ ਜਿਹੜਾ ਪਹਿਲਾਂ ਜ਼ਿਕਰ ਕੀਤਾ ਮੈਂ, ਉਹੀ ਹੈ ਕਿ ਜਿਸ ਦਿਨ ਚੋਣ ਜਾਬਤਾ ਲੱਗ ਗਿਆ ਸੀ ਉਸ ਦਿਨ ਵੀ ਖਰਚਾ ਕੀਤਾ ਗਿਆ, ਉਸੇ ਦਿਨ ਦੀ ਪਾਰਟੀ ਦਾ ਜ਼ਿਕਰ ਦੱਸਿਆ ਜਾ ਰਿਹਾ ਖਾਸ ਤੌਰ ਤੇ ਗਗਨ, ਕਿਉਂਕਿ ਇਹ ਡਿਨਰ ਹੈ। ਔਰ ਡਿਨਰ ਜਿਹੜਾ ਦਿੱਤਾ ਗਿਆ ਖਾਸ ਤੌਰ ਤੇ, ਔਰ ਡਿਨਰ ਦੱਸਿਆ ਜਾ ਰਿਹਾ ਆਪਣੇ ਸਾਥੀ ਸੀ, EMPLOYEES ਸੀ ਜਿਹੜੇ, ਉਹਨਾਂ ਨੂੰ ਪਾਰਟੀ ਦਿੱਤੀ ਗਈ। ਔਰ ਮੋਰ ਓਵਰ ਵਿਕਰਮ, ਕਿਉਂਕਿ ਦਿੱਲੀ ਵਾਲੇ ਵੀ ਸਾਰੇ ਇੱਥੇ ਆਏ ਹੋਏ ਸੀਗੇ,
ਰਾਜਸਥਾਨ ਵਾਲੇ ਵੀ ਕੁਝ ਆਏ ਹੋਏ ਰਾਵਤ ਤੋਂ ਲੈ ਸੀਗੇ, ਕੇ, ਚੌਧਰੀ ਹਰੀਸ਼ ਤੋਂ ਚੌਧਰੀ ਲੈ ਤੋਂ ਲੈ ਕੇ ਕੇ, ਮਾਕਨ ਹੋਣੀ, ਜਿਹੜੇ ਸਾਰੇ ਇੱਥੇ, ਕਿਉਂਕਿ ਕਲੇਸ਼ ਵੀ ਬਹੁਤ ਚੱਲ ਰਿਹਾ ਸੀ। ਤਾਂ ਉਸ ਤੋਂ ਦੌਰਾਨ, ਉਸ ਤੋਂ ਬਾਅਦ ਜਿਸ ਤਰੀਕੇ ਨਾਲ ਪ੍ਰਚਾਰ ਦੇ ਲਈ ਵੀ ਇੱਥੇ ਆ ਕੇ ਪੰਜਾਬ ਭਵਨ ਦੇ ਵਿੱਚ ਰੁਕੇ ਹੋਏ ਸੀ, ਤਾਂ ਇਹ ਸਾਰੇ ਖਰਚੇ ਜਿਹੜੇ ਨੇ ਉਹ ਇਸ ਉੱਤੇ ਕੀਤੇ ਗਏ ਜਿਹੜੇ ਨੇ ਉਹ ਜਾਪਦੇ ਹੋਏ ਨਜ਼ਰ ਆ ਰਹੇ ਨੇ। ਵੈਜ ਲੰਚ, ਡਿਨਰ, ਹਾਈ ਟੀ 570 ਜਿਹੜੇ ਆ ਕੁਆਂਟੀਟੀ, ਔਰ 100 ਰੁਪਏ ਦੀ ਇੱਕ ਚਾਹ ਜਿਹੜੀ ਆ, ਬ੍ਰੇਕਫਾਸਟ ਦਾ ਸਭ ਤਮਾਮ ਚੀਜ਼ਾਂ ਜਿਹੜੀਆਂ ਸਪੈਸ਼ਲ ਮੈਨੂ ਬ੍ਰੇਕਫਾਸਟ ਦਾ ਮੰਗਾਇਆ ਬਈ, ਕਿ ਆਪਾਂ ਕਹਾਂਗੇ ਕਿ ਮੈਂ ਇੱਕ ਵਾਰ ਜ਼ਰੂਰ, ਮੈਂ ਚਾਹੂੰਗਾ ਕਿ ਇੱਕ ਵਾਰ ਜ਼ਰੂਰ ਇੱਕ ਵਾਰ ਦਿਖਾ ਦਿੱਤਾ ਜਾਵੇ ਖਾਸ ਤੌਰ ਤੇ, ਕਿਉਂਕਿ ਹੋਰ ਵੀ ਲਿਸਟ ਜਿਹੜੀ ਹੈ ਬਿੱਲਾਂ ਦਾ ਵੇਰਵਾ ਗਗਨ, ਇਹ ਬਹੁਤ ਲੰਬਾ ਮੋਟਾ ਚੌੜਾ ਬਿੱਲ ਹੈ ਜਿਹੜਾ ਹੁਣ ਤੁਹਾਡੇ ਹੱਥ ਦੇ ਵਿੱਚ ਆਇਆ। ਇਹ ਦੇਖੋਗੇ ਤੁਸੀਂ ਤਾਂ ਇਹ ਪੂਰਾ 4,85,257 ਰੁਪਏ ਟੋਟਲ ਨਿਕਲਦਾ ਇੱਥੇ। 4,85,257 ਰੁਪਏ ਇਹ ਬਿੱਲ ਹੈ। ਖਾਸ ਤੌਰ ਤੇ ਸਪੈਸ਼ਲ ਮੈਨੂ ਔਰ ਇਹ ਖਾਣੇ ਤੇ ਕਿੰਨਾ ਖਰਚਾ ਜਿਹੜਾ ਉਡਾਇਆ ਗਿਆ। ਔਰ ਗਗਨ ਸਵਾਲ ਇਸ ਤਰ੍ਹਾਂ ਦੇ ਵੀ ਉੱਠਦੇ, ਅੱਜ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਸਵਾਲ ਵੀ ਕੀਤਾ ਗਿਆ ਇਸ ਟੌਪਿਕ ਤੇ, ਉਹਦਾ ਵੀ ਅਸੀਂ ਜ਼ਿਕਰ ਕਰਾਂਗੇ। ਮੈਂ ਚਾਹੂੰਗਾ ਸਭ ਤੋਂ ਪਹਿਲਾਂ ਇੱਕ ਵਾਰ ਤੁਸੀਂ ਇਹ ਜਿਹੜੇ ਹੁਣ ਬਿੱਲ ਤੁਹਾਡੇ ਹੱਥ ਦੇ ਵਿੱਚ ਆਏ ਆ, ਇਹ ਜ਼ਰੂਰ ਇੱਕ ਵਾਰ ਬਰੀਫ ਕਰ ਦਿਓ ਕਿ ਇਹ ਬਿੱਲ ਕੀ ਕਹਿੰਦੇ ਆ। ਆਹ ਬਿੱਲ ਦੇਖੋ, ਇਹਦਾ ਅਮਾਉਂਟ ਬਹੁਤ ਵੱਡੀ ਅਮਾਉਂਟ ਹੈ, 16,60 ਕਿੰਨੀ ਬਣ ਰਹੀ ਹੈ ਇਹ? 16,69,771 ਰੁਪਏ ਬਣ ਰਹੀ ਹੈ ਇਹ। ਔਰ ਇਹ ਖਾਸ ਤੌਰ ਦੇ ਉੱਤੇ ਅਲੱਗ-ਅਲੱਗ ਵੇਰਵੇ ਨੇ ਚੰਨੀ ਦੇ ਟੈਨਿਓਰ ਦੇ ਦੌਰਾਨ ਹੀ ਜਿਹੜੇ ਖਰਚੇ ਹੋਏ ਸੀ, ਤਾਂ ਉਹ ਸਾਫ਼ ਤੌਰ ਤੇ ਨਿਕਲ ਕੇ ਸਾਹਮਣੇ ਆ ਰਹੇ ਨੇ। ਹਾਲਾਂਕਿ ਚੰਨੀ ਇਹ ਵੀ ਗੱਲ ਜ਼ਰੂਰ ਕਹਿ ਰਹੇ ਨੇ ਕਿ ਮੈਂ ਤਾਂ ਆਮ ਘਰ ਤੋਂ ਹਾਂ, ਮੈਂ ਇੱਕ ਆਮ ਆਦਮੀ ਆ, ਔਰ ਕਹਿੰਦੇ ਕਿ ਮੇਰੇ ਘਰ ਦੇ ਵਿੱਚ ਰਸੋਈਆ ਸੀ, ਸਾਰੀ ਰੋਟੀ ਉਹ ਬਣਾਉਂਦਾ ਰਿਹਾ, ਮੇਰਾ ਤਾਂ ਮੇਰੇ ਘਰ ਦੀ ਰੋਟੀ ਤਾਂ ਮੇਰੇ ਘਰ ਤਾਂ ਰੋਟੀ ਅੱਡ ਬਣਦੀ ਸੀ, ਦਾਲ ਖਾਣਾ ਮੈਂ, ਦਾਲ ਰੋਟੀ ਖਾਣਾ ਮੇਰੇ, ਕਹਿੰਦੇ ਹੁਣ ਵੀ ਕਿਚਨ 'ਚ ਜਾ ਕੇ ਦੇਖ ਲਓ। ਇਹ ਅੱਜ ਦਾ ਬਿਆਨ ਸੀ, ਅਸੀਂ ਬਾਅਦ ਵਿੱਚ ਉਹ ਬਿਆਨ ਵੀ ਸੁਣਾਵਾਂਗੇ ਚਰਨਜੀਤ ਸਿੰਘ ਚੰਨੀ ਉਹਨਾਂ ਦਾ, ਜਿਹੜਾ ਪੂਰੀ ਸਫਾਈ ਉਹਨਾਂ ਨੇ ਦਿੱਤੀ। ਪਰ ਇਹ ਸਾਰੇ ਬਿੱਲ ਹੈ ਗਗਨ ਉਹਨਾਂ ਦੇ ਹੱਥ ਦੇ ਵਿੱਚ ਵੀ ਜਿਹੜੇ ਬਿੱਲ ਹੈ ਉਹ ਕਾਫੀ ਵੱਡੇ ਬਿੱਲ ਹੈ, ਉਹ ਯਾਨੀ ਕਿ ਉਹਨਾਂ ਦੀ ਅਮਾਉਂਟ ਬਹੁਤ ਹਾਈ ਹੈ, ਉਹ ਹਾਈ ਅਮਾਉਂਟ ਦੇ ਬਿੱਲ ਨੇ। ਔਰ ਗਗਨ ਇੱਕ ਵਾਰ ਮੈਂ ਚਾਹੂੰਗਾ ਇੱਕ ਵਾਰ ਤੁਸੀਂ ਬਰੀਫ ਵੀ ਕਰ ਦਿਓ ਜਿਹੜੇ ਇਹ ਬਿੱਲ ਨੇ। ਅਮਾਉਂਟ ਜਿਹੜੀ ਹੈ 1,36,766 ਰੁਪਏ ਦਾ ਬਿੱਲ ਹੈ 30/4/2021 ਦਾ। ਔਰ ਇਸ ਤੋਂ ਬਾਅਦ ਬਾਕੀ ਦੇ ਇਹ तमाम ਵੇਰਵੇ ਨੇ ਜਿਹੜੇ ਇਕੱਲੇ ਚਰਨਜੀਤ ਸਿੰਘ ਚੰਨੀ ਹੁਣਾਂ ਦਾ ਹੀ ਅਸੀਂ ਜ਼ਿਕਰ ਕਰੀਏ ਤਾਂ ਉਹ ਕਹਿੰਦੇ ਕਿ 3 ਮਹੀਨਿਆਂ ਦਾ ਹੀ ਦੁਖੀ ਜਾਂਦਾ, ਲੋਕਾਂ ਦਾ ਢਿੱਡ ਦੁਖੀ ਜਾਂਦਾ। ਕਹਿੰਦੇ 3 ਮਹੀਨਿਆਂ ਵਾਲਾ ਸੀਐਮ, ਬਾਕੀ 15 20 ਸਾਲ ਰਹਿ ਗਏ ਉਹਨਾਂ ਦਾ ਤਾਂ ਕਿਸੇ ਨੂੰ ਇਤਰਾਜ਼ ਨਹੀਂ ਹੋਇਆ। ਤਾਂ 4,85,257 ਰੁਪਏ ਦਾ ਇੱਕ ਬਿੱਲ ਹੈ। ਉਸੇ ਤਰੀਕ ਦਾ ਬਿੱਲ ਜਿਹੜਾ ਗਗਨ ਦੇਖੋ ਦੋ ਬਿੱਲ ਨੇ 3,37,094 ਰੁਪਏ, ਯਾਨੀ 7 ਲੱਖ ਦਾ ਬਿੱਲ ਤਾਂ ਇੱਕ ਬਿੱਲ ਦਾ ਹੀ ਹੈ। ਆਰਟੀਏ ਦੇ ਵਿੱਚ ਤਾਂ ਇਹ ਸਾਰੇ ਖੁਲਾਸੇ ਹੋ ਗਏ, ਪਰ ਵੱਡੀ ਗੱਲ ਇਹ ਹੈ ਕਿ ਇਸੇ ਤਰੀਕੇ ਦੇ ਨਾਲ ਹੀ ਚੀਜ਼ਾਂ ਚਲਦੀਆਂ ਆਉਂਦੀਆਂ ਸੀ, ਕਿਉਂਕਿ ਚੰਨੀ ਨੇ ਤਾਂ 3 ਮਹੀਨੇ ਇਹ ਟੈਨਿਓਰ ਦੇ ਵਿੱਚ ਆਪਣਾ ਕੰਮ ਬਤੌਰ ਮੁੱਖ ਮੰਤਰੀ ਵਜੋਂ ਨਿਭਾਇਆ। ਤਾਂ ਚੰਨੀ ਉਹਨਾਂ ਦੇ ਇਹ ਜਿੰਮੇ ਆ ਬਿੱਲ ਜਿਹੜੇ ਨੇ ਉਹ ਸਾਰੇ ਆ ਗਏ ਨੇ। ਪਰ ਇਸ ਤੋਂ ਪਹਿਲਾਂ ਦੀ ਜੇਕਰ ਆਪਾਂ ਗੱਲ ਕਰੀਏ, ਪੁਰਾਣੀਆਂ ਸਰਕਾਰਾਂ ਦੀ ਗੱਲ ਕਰ ਲਈਏ, ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ, ਆਪਾਂ ਬਾਦਲਾਂ ਦੀ ਗੱਲ ਕਰ ਲਈਏ, ਤਾਂ ਕੀ ਖਰਚੇ ਉਦੋਂ ਵੀ ਇਸੇ ਤਰੀਕੇ ਨਾਲ ਹੁੰਦੇ ਸੀ? ਕੱਲੇ ਚੰਨੀ ਬਾਰੇ ਦੀ ਨਹੀਂ ਅਸੀਂ ਗੱਲ ਕਰ ਸਕਦੇ ਇਸ ਦੇ ਵਿੱਚ। ਦੇਖੋ ਗਗਨ, ਕਿਉਂਕਿ ਜੇ ਤੁਸੀਂ ਆਹ ਦੇਖਦੇ ਹੋ ਨਾ 30/4/2021 ਨੂੰ ਤਾਂ ਚੰਨੀ ਨਹੀਂ ਸੀਗਾ, 30/4/2021 ਨੂੰ ਕੈਪਟਨ ਅਮਰਿੰਦਰ ਸਿੰਘ ਸੀ। ਤਾਂ 1,36,000 ਦਾ ਬਿੱਲ ਤਾਂ ਉਦੋਂ ਵੀ ਸੀਗਾ। ਕੱਲੇ ਜੇ ਚੰਨੀ ਨੂੰ ਤਾਂ ਅਖੀਰਲੇ ਦਿਨਾਂ ਦੇ ਵਿੱਚ ਵੈਸੇ ਨਹੀਂ ਕਿਹਾ ਜਾਂਦਾ, ਖਰਚੇ ਜ਼ਿਆਦਾ ਹੁੰਦੇ ਆ ਕਿਉਂਕਿ ਸਾਰਿਆਂ ਨੂੰ ਰਾਜੀ ਕਰਨਾ ਹੁੰਦਾ, ਖਰਚੇ ਬਹੁਤ ਜ਼ਿਆਦਾ ਹੋ ਜਾਂਦੇ। ਪਰ ਇਹ ਦੇਖੋ ਤੁਸੀਂ, ਪਰ 3,48,000 ਦਾ ਖਰਚਾ ਵੀ ਜਿਹੜਾ ਹੈ ਇਹ ਤਾਂ ਚਲੋ ਚੰਨੀ ਹੁਣਾਂ ਦੇ ਟਾਈਮ ਹੈ। ਪਰ ਇਹ ਦੇਖੋ 1,36,000 ਖਰਚਿਆਂ ਦੇ ਵਿੱਚ ਅੰਤਰ ਜ਼ਰੂਰ ਹੈ। ਜਿਸ ਤਰੀਕੇ ਨਾਲ ਪਹਿਲਾਂ ਖਰਚੇ ਜਿਹੜੇ ਹੋਏ ਸੀ ਉਹ ਫਿਰ ਵੀ ਘੱਟ ਅਮਾਉਂਟ ਦੇ ਸੀ, ਪਰ ਜਿਹੜੇ ਚੰਨੀ ਦੇ ਟੈਨਿਓਰ ਦੇ ਦੌਰਾਨ ਹੋਏ ਉਹ ਜ਼ਿਆਦਾ ਅਮਾਉਂਟ ਦੀ 2021 ਦਾ ਵੀ ਜਿਹੜਾ ਅਮਾਉਂਟ ਹੈ ਨਾ ਬਹੁਤ ਹਾਈ ਅਮਾਉਂਟ ਹੈ ਗਗਨ। ਦੇਖੋ 6,77,548 ਦਾ ਅਮਾਉਂਟ ਬਹੁਤ ਵੱਡਾ ਅਮਾਉਂਟ ਹੈ। ਤਾਂ ਖਾਸ ਤੌਰ ਤੇ ਲਾਸਟ ਵਾਲੇ ਸਮੇਂ ਦੇ ਵਿੱਚ ਤਾਂ ਫੱਟੀ ਚੱਕ ਦਿੱਤੇ, ਜਾਂ ਕਹਿ ਲਓ ਸਾਰਿਆਂ ਨੇ ਆਨੰਦ ਤਾਂ ਸਾਰਿਆਂ ਨੇ ਲਿਆ, ਪਰ ਹੁਣ ਚੰਨੀ ਕਹਿੰਦੇ ਗੱਲ ਸਾਰੀ ਮੇਰੇ ਤੇ ਹੈ, ਮੇਰੇ ਤੇ ਉਹ ਕਹਿੰਦੇ ਕਿ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਜਾਣਬੁੱਝ ਕੇ ਮੈਨੂੰ ਹਰਾਸ ਕੀਤਾ ਜਾ ਰਿਹਾ ਹੈ, ਮੈਂ ਇਸ ਦੇ ਨਾਲ ਡਿਸਟਰਬ ਵੀ ਹੋ ਰਿਹਾ। ਔਰ ਕਹਿੰਦੇ ਕਿ ਮੈਨੂੰ ਜੇਲ੍ਹ ਦੇ ਵਿੱਚ ਡੱਕਣਾ ਹੈ। ਜਿਹੜੀ ਇਹਨਾਂ ਦੀ ਰਣਨੀਤੀ ਕਹਿੰਦੇ ਨਜ਼ਰ ਆ ਰਹੀ ਹੈ ਉਹ ਇਹੀ ਆ ਰਹੀ ਹੈ ਕਿ ਮੈਨੂੰ ਜੇਲ੍ਹ ਦੇ ਵਿੱਚ ਡੱਕਣਾ ਹੈ। ਤਾਂ ਜੇਲ੍ਹ ਦੇ ਵਿੱਚ ਡੱਕਣ ਕਰਕੇ ਹੀ ਇਹ ਸਾਰੀਆਂ ਚੀਜ਼ਾਂ ਜੋ ਨੇ ਉਹਨਾਂ ਦੇ ਵੱਲੋਂ ਕਹਿੰਦੇ ਮੈਂ ਪ੍ਰਿਪੇਅਰ ਹੋ ਕੇ ਆਇਆ, ਕਹਿੰਦੇ ਇਸ ਚੀਜ਼ ਨੂੰ ਲੈ ਕੇ ਮੈਂ ਪੂਰੀ ਆ ਸਾਰਾ ਵੇਰਵਾ ਜਿਹੜਾ ਹੈ ਉਹ ਬਿੱਲਾਂ ਦਾ ਆਇਆ। ਔਰ ਇਹ ਬਿੱਲ ਜਿਹੜੇ ਤੁਸੀਂ ਦੇਖ ਸਕਦੇ ਹੋ 2,41,000 ਦਾ ਤਾਜ ਦਾ ਬਿੱਲ ਹੈ। ਔਰ ਵੱਖ-ਵੱਖ ਇਹ ਜਿਹੜੇ ਮੈਨੂ ਤੁਸੀਂ ਵੇਖ ਸਕਦੇ ਹੋ, ਬ੍ਰੇਕਫਾਸਟ ਸਪੈਸ਼ਲ ਮੈਨੂ ਦੇ ਹੋਗੇ, ਵੈਜ ਲੰਚ ਡਿਨਰ ਦੇ ਹੋਗੇ, ਤਾਂ 970 ਰੁਪਏ ਯਾਨੀ ਕਿ 970 ਪਲੇਟਾਂ, ਯਾਨੀ ਕਿ 1000 ਬੰਦਾ ਜਿਹੜਾ ਹੈ ਉਹ ਰੋਟੀ ਖਾਣ ਵਾਸਤੇ ਆਇਆ ਹੋਊਗਾ, 1000 ਬੰਦੇ ਨੂੰ ਰੋਟੀ ਦਿੱਤੀ ਗਈ। ਹਾਈ ਟੀ ਯਾਨੀ ਕਿ ਟੀ ਦੇ ਵਾਸਤੇ ਚਾਹ ਪਲਾਈ ਹੋਊਗੀ, ਉਹਦੇ ਵਾਸਤੇ ਹੈ ਪੈਕ ਲੰਚ ਡਿਨਰ ਪੈਕਿੰਗ ਵਾਲਾ 1600 ਪਲੇਟਾਂ ਜਿਹੜੀਆਂ ਨੇ ਉਹ ਪੈਕਿੰਗ ਹੋਈਆਂ ਨੇ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਨਿਕਲ ਕੇ ਸਾਹਮਣੇ ਸਾਰੀਆਂ ਨਿਕਲ ਕੇ ਆਈਆਂ। ਬਿੱਲ ਜਿਹੜੇ ਨੇ 2-2 ਲੱਖ ਦੇ ਆਏ ਨੇ। ਤਾਂ ਕੀ ਆਪਣੇ ਆਪ ਦੇ ਵਿੱਚ ਜਿਹੜੇ ਇਹ ਹੁਣ ਬਿੱਲ ਸਾਹਮਣੇ ਆਏ ਨੇ, ਇਹ ਸਵਾਲ ਤਾਂ ਕਈ ਖੜੇ ਕਰਦੇ ਨੇ, ਪਰ ਕੀ ਇਸੇ ਤਰੀਕੇ ਦੇ ਨਾਲ ਬਾਕੀ ਸਿਆਸਤਦਾਨ ਵੀ ਜੋ ਨੇ ਉਹ ਇਹੀ ਚੀਜ਼ ਨੂੰ ਫੋਲੋ ਕਰਦੇ ਨੇ? ਜੇ ਅਸੀਂ ਮੌਜੂਦਾ ਆਪ ਸਰਕਾਰ ਦੀ ਵੀ ਗੱਲ ਕਰ ਲਈਏ ਤਾਂ ਕੀ ਉਹਨਾਂ ਦੇ ਵੱਲੋਂ ਵੀ ਇਸੇ ਤਰੀਕੇ ਦੇ ਨਾਲ
ਖਰਚਾ ਜੋ ਹੈ ਸਰਕਾਰ ਦੇ ਹਿੱਸੇ ਪਾਇਆ ਜਾ ਰਿਹਾ ਹੈ, ਉਹਨਾਂ ਦੇ ਵੱਲੋਂ ਵੀ ਜੋ ਇਹ ਰੋਟੀਆਂ ਨੇ ਇਹਦਾ ਖਰਚਾ ਹੈ ਕੋਈ ਪ੍ਰੋਗਰਾਮ ਹੋਵੇ ਉਹਦੇ ਵਿੱਚ ਪਾਇਆ ਜਾਂਦਾ, ਇਹ ਵੱਡਾ ਸਵਾਲ ਖੜਾ ਹੁੰਦਾ ਹੈ। ਇਹ ਵੀ ਸਵਾਲ ਖੜਾ ਹੁੰਦਾ। ਔਰ ਦੇਖੋ ਇਹਨਾਂ ਦੀ ਵਾਰੀ ਜਦੋਂ ਆਰਟੀਏ ਨਿਕਲ ਕੇ ਆਊਗੀ ਕਿ ਉਹਦੇ ਵਿੱਚ ਵੀ ਇਸੇ ਤਰ੍ਹਾਂ ਦੇ ਖਰਚੇ ਆਉਣਗੇ, ਇਨਕਲੂਡ ਹੋਣਗੇ ਕਿ ਨਹੀਂ, ਇਹ ਸਭ ਤੋਂ ਅਹਿਮ ਗੱਲ ਹੋਊ। ਕਿਉਂਕਿ ਆਮ ਆਦਮੀ ਪਾਰਟੀ ਦਾਅਵਾ ਕਰਦੀ ਕਿ ਅਸੀਂ ਆਮ ਆਦਮੀ ਆ, ਸਾਰੀਆਂ ਚੀਜ਼ਾਂ ਕਲੇਮ ਉਹਨਾਂ ਦੇ ਵੱਲੋਂ ਕੀਤੀ ਜਾਂਦੀਆਂ, ਪਰ ਕੀ ਇਹ ਇਹਨਾਂ ਵਾਰ ਨਹੀਂ ਹੋਊਗਾ ਇਸ ਤਰ੍ਹਾਂ? ਜੇ ਇਹਨਾਂ ਵਾਰ ਨਹੀਂ ਹੋਊਗਾ ਤਾਂ ਵਾਕਈ ਇੱਕ ਵੱਡਾ ਐਗਜ਼ਾਮਪਲ ਸੈੱਟ ਹੋਊਗਾ। ਜੇ ਵਾਕਈ ਇਹਨਾਂ ਵਾਰ ਹੋਊਗਾ ਤਾਂ ਫਿਰ ਲੋਗੋ ਚੇਂਜ ਹੋਏਗਾ, ਫਿਰ ਸਾਫ਼ ਤੌਰ ਤੇ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ। ਪਰ ਇਹ ਦਾਅਵਾ ਜ਼ਰੂਰ ਇਸ ਤਰ੍ਹਾਂ ਦਾ ਕਰਦੀ ਹੈ ਆਮ ਆਦਮੀ ਪਾਰਟੀ ਕਿ ਅਸੀਂ ਘੱਟ ਖਰਚਿਆਂ ਦੇ ਵਿੱਚ तमाम ਚੀਜ਼ਾਂ ਕਰ ਰਹੇ ਹਾਂ। ਪਰ ਸਰਕਾਰਾਂ ਦੇ ਟਾਈਮ ਦੀ ਅਸੀਂ ਗੱਲ ਕਰੀਏ ਤਾਂ ਚੰਨੀ ਵਾਰੀ ਗਗਨ ਜਿਹੜਾ ਜ਼ਿਕਰ ਆਉਂਦਾ ਨਾ, ਕਿਉਂਕਿ ਉਹ ਕਹਿੰਦੇ ਸਾਰਿਆਂ ਨੂੰ ਰਾਜੀ ਕਰਕੇ ਰੱਖਣਾ ਚਾਹੁੰਦੇ ਸੀ, ਸਮਾਂ ਅਖੀਰ ਦਾ ਸੀ। ਚੰਨੀ ਸਾਹਿਬ ਅੱਜ ਵੀ ਮੁਲਾਕਾਤ ਹੋਈ, ਕਹਿੰਦੇ 3 ਮਹੀਨੇ ਦਾ ਸਮਾਂ ਮਿਲਿਆ, ਲੋਕਾਂ ਨੂੰ ਪਰੇਸ਼ਾਨੀ ਹੋਈ ਜਾਂਦੀ ਹੈ। 15 ਸਾਲਾਂ ਵਾਲਿਆਂ ਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ। ਕਹਿੰਦੇ ਗੱਲ ਚੰਨੀ ਦੀ ਇਸ ਕਰਕੇ ਹੋ ਰਹੀ ਹੈ ਕਿਉਂਕਿ ਅਖੀਰਲਾ ਸਮਾਂ ਸੀਗਾ ਸਰਕਾਰ ਦੇ ਕੋਲੇ, ਅਖੀਰਲੇ 90 ਦਿਨਾਂ ਦੇ ਵਿੱਚ ਚੰਨੀ ਨੇ ਜਿਹੜਾ ਕੰਮ ਖਿੱਚਿਆ। ਔਰ ਭਾਵੇਂ ਦਿਖਾਵੇ ਨੂੰ ਲੈ ਕੇ ਕਹਿ ਲੋ ਜਾਂ ਫਿਰ ਜਿਹੜਾ ਚੰਨੀ ਨੇ ਖਾਸ ਤੌਰ ਤੇ ਕਲੇਮ ਕਰਨ ਦੇ ਵਾਸਤੇ ਕਿ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲ ਰਿਹਾ, ਬੇਸ਼ੱਕ ਨਾਲ ਕੋਈ ਚੱਲਿਆ ਨਹੀਂ ਚੱਲਿਆ, ਅੰਦਰਲੇ ਮਨੋਂ ਕੋਈ ਨਾਲ ਸੀਗਾ ਨਹੀਂ ਸੀਗਾ, ਪਰ ਚੰਨੀ ਨੇ ਕੋਸ਼ਿਸ਼ ਸਾਰਿਆਂ ਨੂੰ ਇਕੱਠੇ ਰੱਖਣ ਦੀ ਕੀਤੀ। ਔਰ ਸ਼ਾਇਦ ਉਸੇ ਚੱਕਰ ਦੇ ਵਿੱਚ ਹੀ ਭਾਵੇਂ ਸਾਰੇ ਅਫਸਰਾਂ ਤੋਂ ਲੈ ਕੇ ਸਾਰੇ ਕਾਂਗਰਸੀਆਂ ਨੂੰ ਰਾਜੀ ਕਰਨ ਦੀ ਕੋਸ਼ਿਸ਼ ਦੇ ਵਿੱਚ ਕਿ ਤਾਜ ਤੋਂ ਮੰਗਾ ਕੇ ਖਾਣਾ ਖਵਾਈ ਗਏ। ਕਹਿੰਦੇ ਇਹਦੇ ਚੱਕਰ ਦੇ ਵਿੱਚ ਇੰਨਾ ਵੱਡਾ ਬਿੱਲ ਬਣ ਗਿਆ। ਸਾਹਮਣੇ ਆਏ ਨੇ, ਆਪਣੇ ਆਪ ਦੇ ਵਿੱਚ ਕਈ ਸਵਾਲ ਖੜੇ ਕਰ ਰਹੇ ਨੇ। ਤਾਂ ਕੀ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਖਿਲਾਫ ਇਸ ਵੇਲੇ ਗਰਾਊਂਡ ਤਿਆਰ ਕੀਤਾ ਜਾ ਰਿਹਾ? ਇਹ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਚੰਨੀ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਤਿਆਰੀ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿੱਢ ਲਿੱਤੀ ਹੈ। ਇੱਕ ਤਰੀਕੇ ਦੇ ਨਾਲ ਚੰਨੀ ਨੂੰ ਹੁਣ ਕੀ ਇਸ ਸ਼ਿਕੰਜੇ ਦੇ ਵਿੱਚ ਲਿੱਤਾ ਜਾ ਰਿਹਾ ਹੈ ਕਿ ਪੁਰਾਣੇ ਜਿਹੜੇ ਬਿੱਲ ਹੁਣ ਨਿਕਲ ਕੇ ਸਾਹਮਣੇ ਆਏ ਨੇ ਆਰਟੀਏ ਦੇ ਰਾਹੀਂ, ਜਾਂ ਪੁਰਾਣੀਆਂ ਹੋਰ ਚੀਜ਼ਾਂ ਜੋ ਨੇ, ਜੋ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਜੋ ਉਹਨਾਂ ਨੇ ਆਪਣੇ ਪੁੱਤਰ ਦੇ ਵਿਆਹ ਦੇ ਉੱਤੇ, ਨਵਜੀਤ ਜੋ ਕਿ ਉਹਨਾਂ ਦਾ ਬੇਟਾ ਹੈ, ਉਸ ਦੇ ਵਿਆਹ ਦੇ ਉੱਤੇ, ਹਾਲਾਂਕਿ ਉਹ ਕਹਿੰਦੇ ਕਿ ਬੜੀ ਸਾਦਗੀ ਦੇ ਨਾਲ ਵਿਆਹ ਕੀਤਾ ਗਿਆ ਸੀ, ਪਰ ਜਿਹੜਾ ਵਿਆਹ ਦੇ ਉੱਤੇ ਖਰਚਾ ਹੋਇਆ ਹੈ ਉਸ ਦਾ ਕਹਿੰਦੇ ਕਿ ਸਾਰਾ ਖਰਚਾ ਚਮਕੌਰ ਸਾਹਿਬ ਥੀਮ ਪਾਰਕ ਦੇ ਵਿੱਚੋਂ ਇਸਤੇਮਾਲ ਕੀਤਾ ਹੋਇਆ ਪੈਸੇ ਤੋਂ ਕੀਤਾ ਗਿਆ ਹੈ। ਤਾਂ ਕੀ ਇਹ ਹੁਣ ਇੱਕ ਤਰੀਕੇ ਦਾ ਗਰਾਊਂਡ ਤਿਆਰ ਹੋ ਰਿਹਾ? ਹਾਲਾਂਕਿ ਚਰਨਜੀਤ ਸਿੰਘ ਚੰਨੀ ਕਹਿ ਰਹੇ ਨੇ ਕਿ ਪੋਲੀਟੀਕਲ ਵੈਂਡੇਟਾ ਕਰ ਰਹੀ ਹੈ ਆਮ ਆਦਮੀ ਪਾਰਟੀ, ਇਹ ਮੈਨੂੰ ਫਸਾਉਣ ਦੇ ਲਈ ਜਿਹੜੀ ਰਣਨੀਤੀ ਆ ਉਹ ਘੜੀ ਜਾ ਰਹੀ ਹੈ। ਕਹਿੰਦੇ ਮੈਂ ਜਦੋਂ ਇੰਡੀਆ ਲੈਂਡ ਹੀ ਹੋਇਆ ਸੀ ਉਦੋਂ ਤੋਂ ਹੀ ਮੈਨੂੰ ਫੋਨ ਆਉਣੇ ਸ਼ੁਰੂ ਹੋ ਗਏ ਸੀ ਪੁਲਿਸ ਮੁਲਾਜ਼ਮਾਂ ਦੇ ਕਿ ਤੁਸੀਂ ਮਾਨਸੇ ਨਾ ਹੋ, ਤੁਹਾਨੂੰ ਅਰੈਸਟ ਕਰ ਲਿੱਤਾ ਜਾਊਗਾ ਜਾਂ ਤੁਹਾਡੇ ਉੱਤੇ ਕਾਰਵਾਈ ਕਰ ਲਿੱਤੀ ਜਾਊਗੀ। ਹੁਣ ਵਿਜੀਲੈਂਸ ਦੀ ਰਡਾਰ ਦੇ ਉੱਤੇ ਚਰਨਜੀਤ ਸਿੰਘ ਚੰਨੀ ਨੇ, ਤਾਂ ਵਿਜੀਲੈਂਸ ਉਹ तमाम ਚੀਜ਼ਾਂ ਨੂੰ ਹੁਣ ਦੇਖਦੀ ਹੋਈ ਨਜ਼ਰ ਆ ਰਹੀ ਹੈ, तमाम ਉਹਨਾਂ ਖਰਚਿਆਂ ਦੇ ਉੱਤੇ ਨਜ਼ਰ ਰੱਖਦੀ ਹੋਈ ਨਜ਼ਰ ਆ ਰਹੀ ਹੈ। ਹਾਲਾਂਕਿ ਸੀਐਮ ਭਗਵੰਤ ਮਾਨ ਵੀ ਸਦਨ ਦੇ ਵਿੱਚੋਂ ਇਹ ਗੱਲ ਜ਼ਰੂਰ ਕਹਿ ਚੁੱਕੇ ਨੇ ਕਿ ਚਰਨਜੀਤ ਸਿੰਘ ਚੰਨੀ ਜਾਂਦੇ ਜਾਂਦੇ ਕਈ ਫਾਈਲਾਂ ਦੇ ਉੱਤੇ ਸਾਈਨ ਅਜਿਹੇ ਕਰ ਚੁੱਕੇ ਨੇ ਜਿਨ੍ਹਾਂ ਦਾ ਮੈਨੂੰ ਵੇਰਵਾ ਅਜੇ ਲੈਣਾ ਬਾਕੀ ਹੈ, ਮੈਂ ਉਹਨਾਂ ਤੋਂ ਹਿਸਾਬ ਕਿਤਾਬ ਲੈਣਾ ਹੈ। ਹਾਲਾਂਕਿ ਉੱਥੇ ਚੰਨੀ ਕਹਿੰਦੇ ਨੇ ਕਿ ਇਹ ਇੰਡੀਆ ਹੈ, ਪੰਜਾਬ ਹੈ, ਪਾਕਿਸਤਾਨ ਨਹੀਂ ਹੈ ਕਿ ਪਾਕਿਸਤਾਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਰਕਾਰ ਡਿੱਗਦੀ ਹੈ, ਇਮਰਾਨ ਖਾਨ ਨੂੰ ਉਤਾਰਿਆ ਜਾਂਦਾ ਔਰ ਉਹਨਾਂ ਨੂੰ ਗ੍ਰਿਫਤਾਰ ਕਰਨ ਤੱਕ ਦੀਆਂ ਜਿਹੜੀਆਂ ਇਹ ਕੋਸ਼ਿਸ਼ਾਂ ਹੋ ਜਾਂਦੀਆਂ ਜਾਂ ਉਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਪੋਲੀਟੀਕਲ ਵੈਂਡੇਟਾ ਹੁੰਦਾ। ਕਹਿੰਦੇ ਕਿ ਇਹ ਪੰਜਾਬ ਹੈ, ਇੰਡੀਆ, ਇਹਦੇ ਵਿੱਚ ਇਹੋ ਜਿਹੀ ਚੀਜ਼ਾਂ, ਇਹੋ ਜਿਹੀ ਪ੍ਰੈਕਟਿਸਿਸ ਨਹੀਂ ਕਰਨੀਆਂ ਚਾਹੀਦੀਆਂ। ਇਸ ਵੇਲੇ ਲੋੜ ਹੈ ਕਿ ਸਾਨੂੰ ਸਿਰ ਜੋੜ ਕੇ ਆਪਸ ਦੇ ਵਿੱਚ ਇਕੱਠੇ ਹੋਣ ਦੀ, ਪੰਜਾਬ ਨੂੰ ਬਚਾਉਣ ਦੇ ਲਈ। ਉਹ ਕਹਿੰਦੇ ਕਿ ਘਰ ਦੇ ਵਿੱਚ ਵੀ ਕੋਈ ਵਿਪਤਾ ਆਉਂਦੀ ਹੈ ਤਾਂ ਸਾਰੇ ਪਰਿਵਾਰ ਇੱਕ ਮੰਜੇ ਦੇ ਉੱਤੇ ਹੋ ਜਾਂਦਾ। ਕਹਿੰਦੇ ਕਿ ਇਸ ਵੇਲੇ ਲੋੜ ਹੈ ਕਿ ਅਸੀਂ ਸਾਰੇ ਇਕੱਠੇ ਹੋ ਜਾਈਏ, ਅਸੀਂ ਇੱਕ ਮੰਜੇ ਦੇ ਉੱਤੇ ਆ ਜਾਈਏ ਤਾਂ ਕਿ ਪੰਜਾਬ ਨੂੰ ਇਸ ਵੇਲੇ ਜੋ ਹਿਲਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਉਹਨੂੰ ਜ਼ਰੂਰ ਅਸੀਂ ਬਚਾ ਸਕੀਏ। ਸਿੱਧੂ ਮੂਸੇਵਾਲਾ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ, ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰਕੇ ਇਹ ਗੱਲ ਉਹਨਾਂ ਨੇ ਇਨਕਲੂਡ ਕੀਤੀਆਂ ਸਾਰੀਆਂ ਗੱਲਾਂ। ਉਹਨਾਂ ਨੇ ਖਾਸ ਤੌਰ ਤੇ ਗੱਲ ਕਹੀ, ਕਹਿੰਦੇ ਕਿ ਹੁਣ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ। ਜਦੋਂ ਕਿਸੇ ਕਿਤੇ ਭੀੜ ਪੈਂਦੀ ਆ ਪਰਿਵਾਰ ਦੇ ਵਿੱਚ ਜਾਂ ਪਿੰਡ ਦੇ ਵਿੱਚ ਵੀ ਗਗਨ, ਤੇ ਕਹਿੰਦੇ ਸਾਰੇ ਇੱਕ ਮੰਜੇ ਤੇ ਅਸੀਂ ਇਕੱਠੇ ਹੋ ਕੇ ਬਹਿ ਜਾਂਦੇ ਆ, ਤਾਂ ਸਾਨੂੰ ਹੁਣ ਵੀ ਕਹਿੰਦੇ ਲੋੜ ਆ ਇਸ ਤਰ੍ਹਾਂ ਦੀ। ਪਰ ਇਹਨਾਂ ਚੀਜ਼ਾਂ ਦੇ ਨਾਲ ਵਾਕਈ ਕੀ ਅਸਰ ਪਊਗਾ ਕਿਤੇ ਨਾ ਕਿਤੇ ਚੰਨੀ ਹੁਣਾਂ ਨੂੰ ਕੋਸ਼ਿਸ਼ ਕਰ ਰਹੇ ਇੰਗੇਜ ਕਰਨ ਦੀ। ਕਿਹਾ ਜਦੋਂ ਸਾਰੇ ਇਲਜ਼ਾਮ ਲੱਗੇ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਉੱਤੇ, ਤਾਂ ਚੰਨੀ ਨੇ ਕੀ ਕੁਝ ਕਿਹਾ ਇੱਕ ਵਾਰ ਤੁਹਾਨੂੰ ਅਸੀਂ ਉਹ ਵੀ ਸੁਣਾ ਦਿੰਦੇ ਆ। ਮੈਂ ਨਾ ਕਦੇ ਜ਼ਿੰਦਗੀ 'ਚ ਸ਼ਰਾਬ ਪੀਤੀ ਹੈ, ਆਂਡਾ ਮੀਟ ਮੈਂ ਨਹੀਂ ਖਾਂਦਾ, ਮੈਂ ਕੋਈ ਨੌਨ ਵੈਜ ਕਿਸੇ ਤਰ੍ਹਾਂ ਦਾ ਨਹੀਂ ਖਾਂਦਾ, ਸਿੰਪਲ ਸਾਦੀ ਰੋਟੀ ਮੂੰਗੀ ਮਸਰੀ ਦੀ ਦਾਲ ਨਾਲ ਖਾਂਦਾ। ਜੇ ਤੁਹਾਨੂੰ ਸ਼ੱਕ ਹੈ ਤਾਂ ਮੇਰੇ ਘਰ ਜਾ ਕੇ ਪੁੱਛ ਲਓ ਜਾਂ ਮੇਰਾ ਘਰ ਦੀ ਰਸੋਈ ਦੇਖ ਲਓ। ਮੇਰੀ ਘਰ ਦੀ ਰਸੋਈ ਦੇ ਵਿੱਚ ਚੰਡੀਗੜ੍ਹ ਵੀ ਮੇਰਾ ਖਾਣਾ ਅਲੱਗ ਬਣਦਾ ਸੀ। ਮੇਰਾ ਬਾਹਰੋਂ ਕਿਤੇ ਤੇ ਖਾਣਾ ਕਦੇ ਨਾ ਆਇਆ, ਨਾ ਮੈਂ ਕਦੇ ਮੰਗਾਇਆ, ਨਾ ਹੀ ਮੈਂ ਆਪਣੇ ਰਾਤ ਨੂੰ ਕਦੇ ਡਿਨਰ ਪਰ ਗੈਸਟਾਂ ਨੂੰ ਬੁਲਾਉਂਦਾ, ਕਿਉਂਕਿ ਮੈਂ ਸ਼ਰਾਬ ਪਿਲਾ ਨਹੀਂ ਸਕਦਾ, ਪਿਲਾਉਂਦਾ ਹੀ ਨਹੀਂ ਕਿਸੇ ਨੂੰ, ਨਾ ਮੈਂ ਆਪ ਪੀਂਦਾ। ਨੌਨ ਵੈਜ ਮੈਂ ਨਹੀਂ ਖਿਲਾ ਸਕਦਾ। ਇਸ ਕਰਕੇ ਇਹ ਸਾਰੀਆਂ ਢਕੌਂਸਲੇਬਾਜ਼ੀਆਂ। ਜੇ ਕਿਸੇ ਨੇ ਸੀਐਮ ਹਾਊਸ 'ਚ ਖਾਣਾ ਖਾਧਾ ਤਾਂ ਪੰਜਾਬ ਦੇ ਲੋਕਾਂ ਨੇ ਖਾਧਾ। ਮੈਂ ਕੋਈ ਆਪਣੇ ਬਾਹਰ ਤੋਂ ਬੰਦੇ ਤਾਂ ਲਿਆਇਆ ਨਹੀਂ ਖਾਣੇ ਵਾਸਤੇ। ਉਹ ਬਾਹਰ ਖਾਣਾ ਜਿਹੜੇ ਲੋਕ ਆਉਂਦੇ ਸੀ ਉਹਨਾਂ ਵਾਸਤੇ ਲੱਗਦਾ ਸੀ। ਇਹਨਾਂ ਦੇ ਘਰ ਕੋਈ ਜਾਂਦਾ ਨਹੀਂ ਹੈ, ਨਹੀਂ ਖਾਣਾ ਲੱਗਦਾ। ਚੰਨੀ ਸਾਹਿਬ, ਇੱਕ ਈਡੀ ਵਾਲਾ ਕੇਸ ਦੀ ਇਲੈਕਸ਼ਨ ਤੋਂ ਪਹਿਲਾਂ ਕਾਫੀ ਚਰਚਾ ਚ ਰਿਹਾ, ਉਸ ਦਾ ਫਿਲਹਾਲ ਕੀ ਸਟੇਟਸ ਹੈਗਾ? ਜਿਹੜਾ ਮੈਨੂੰ ਕੋਈ ਪਤਾ ਨਹੀਂ ਜੀ, ਮੈਨੂੰ ਇੱਕ ਵਾਰ ਬੁਲਾਇਆ ਸੀ, ਮੇਰੇ ਤੋਂ ਜੋ ਪੁੱਛਿਆ ਮੈਂ ਦੱਸ ਕੇ ਆ ਗਿਆ।
ਮੈਂ ਨਾ ਕਦੇ ਜ਼ਿੰਦਗੀ 'ਚ ਸ਼ਰਾਬ ਪੀਤੀ ਹੈ। ਆਂਡਾ ਮੀਟ ਮੈਂ ਨਹੀਂ ਖਾਂਦਾ। ਮੈਂ ਕੋਈ ਨੌਨ ਵੈਜ ਕਿਸੇ ਤਰ੍ਹਾਂ ਦਾ ਨਹੀਂ ਖਾਂਦਾ। ਸਿੰਪਲ ਸਾਦੀ ਰੋਟੀ ਮੂੰਗੀ ਮਸਰੀ ਦੀ ਦਾਲ ਨਾਲ ਖਾਂਦਾ ਹੈ। ਜੇ ਤੁਹਾਨੂੰ ਸ਼ੱਕ ਹੈ ਤਾਂ ਮੇਰੇ ਘਰ ਜਾ ਕੇ ਪੁੱਛ ਲਓ ਜਾਂ ਮੇਰਾ ਘਰ ਦੀ ਰਸੋਈ ਦੇਖ ਲਓ। ਮੇਰੀ ਘਰ ਦੀ ਰਸੋਈ ਦੇ ਵਿੱਚ ਚੰਡੀਗੜ੍ਹ ਵੀ ਮੇਰਾ ਖਾਣਾ ਅਲੱਗ ਬਣਦਾ ਸੀ। ਮੇਰਾ ਬਾਹਰੋਂ ਕਿਤੇ ਤੇ ਖਾਣਾ ਕਦੇ ਨਾ ਆਇਆ, ਨਾ ਮੈਂ ਕਦੇ ਮੰਗਾਇਆ, ਨਾ ਹੀ ਮੈਂ ਆਪਣੇ ਰਾਤ ਨੂੰ ਕਦੇ ਡਿਨਰ ਪਰ ਗੈਸਟਾਂ ਨੂੰ ਬੁਲਾਉਂਦਾ, ਕਿਉਂਕਿ ਮੈਂ ਸ਼ਰਾਬ ਪਿਲਾ ਨਹੀਂ ਸਕਦਾ, ਪਿਲਾਉਂਦਾ ਹੀ ਨਹੀਂ ਕਿਸੇ ਨੂੰ, ਨਾ ਮੈਂ ਆਪ ਪੀਂਦਾ। ਨੌਨ ਵੈਜ ਮੈਂ ਨਹੀਂ ਖਿਲਾ ਸਕਦਾ। ਇਸ ਕਰਕੇ ਇਹ ਸਾਰੀਆਂ ਢਕੌਂਸਲੇਬਾਜ਼ੀਆਂ। ਜੇ ਕਿਸੇ ਨੇ ਸੀਐਮ ਹਾਊਸ 'ਚ ਖਾਣਾ ਖਾਧਾ ਤਾਂ ਪੰਜਾਬ ਦੇ ਲੋਕਾਂ ਨੇ ਖਾਧਾ। ਮੈਂ ਕੋਈ ਆਪਣੇ ਬਾਹਰ ਤੋਂ ਬੰਦੇ ਤਾਂ ਲਿਆਇਆ ਨਹੀਂ ਖਾਣੇ ਵਾਸਤੇ। ਉਹ ਬਾਹਰ ਖਾਣਾ ਜਿਹੜੇ ਲੋਕ ਆਉਂਦੇ ਸੀ ਉਹਨਾਂ ਵਾਸਤੇ ਲੱਗਦਾ ਸੀ। ਇਹਨਾਂ ਦੇ ਘਰ ਕੋਈ ਜਾਂਦਾ ਨਹੀਂ ਹੈ, ਨਹੀਂ ਖਾਣਾ ਲੱਗਦਾ। ਚੰਦੀ ਸਾਹਿਬ, ਇੱਕ ਈਡੀ ਵਾਲਾ ਕੇਸ ਵੀ ਇਲੈਕਸ਼ਨ ਤੋਂ ਪਹਿਲਾਂ ਕਾਫੀ ਚਰਚਾ 'ਚ ਰਿਹਾ, ਉਸ ਦਾ ਫਿਲਹਾਲ ਕੀ ਸਟੇਟਸ ਹੈਗਾ? ਜਿਹੜਾ ਮੈਨੂੰ ਕੋਈ ਪਤਾ ਨਹੀਂ ਜੀ। ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ।